गुड मॉर्निंग फ्रेंड्स। ਅੱਜ ਦਾ ਜਿਹੜਾ ਮੇਰਾ ਚੈਪਟਰ ਹੈ ਉਹ ਵੈਲਿਊਏਸ਼ਨ ਹੈ। ਕੁਆਂਟੀਟੀ ਸਰਵੇਇੰਗ ਅਤੇ ਵੈਲਿਊਏਸ਼ਨ ਜਿਹੜਾ ਸਾਡਾ ਇੱਕ ਸਬਜੈਕਟ ਹੈ ਉਸ ਦਾ ਮੇਨ ਪਾਰਟ ਆ ਵੈਲਿਊਏਸ਼ਨ। ਕਿਸੇ ਵੀ ਪ੍ਰਾਪਰਟੀ ਦੀ ਵੈਲਿਊਏਸ਼ਨ ਹੋਣ ਦੇ ਲਈ ਸਾਨੂੰ ਚਾਹੀਦਾ ਵੈਲਿਊ ਥਿਊਰੀ। ਪਹਿਲਾਂ ਉਹਨੂੰ ਅਸੀਂ ਵੈਲਿਊ ਥਿਊਰੀ ਨੂੰ ਪੜ੍ਹੀਏ, ਫਿਰ ਨੀਡ ਕੀ ਹੈ, ਉਹਦੀ ਜ਼ਰੂਰਤ ਕੀ ਹੈ, ਵੈਲਿਊਏਸ਼ਨ ਟਾਈਪਸ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਇਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਡਿਸਕਸ ਕਰਾਂਗੇ। ਵੈਲਿਊਏਸ਼ਨ ਇੱਕ ਤਕਨੀਕ ਹੈ ਜਿਹਦੇ ਨਾਲ ਅਸੀਂ ਐਸਟੀਮੇਟ ਕਰਦੇ ਹਾਂ ਕਿ ਫੇਅਰ ਪ੍ਰਾਈਸ ਕੀ ਹੈ ਉਸ ਪ੍ਰਾਪਰਟੀ ਦਾ, ਚਾਹੇ ਉਹ ਬਿਲਡਿੰਗ ਹੈ, ਚਾਹੇ ਉਹ ਫੈਕਟਰੀ ਹੈ, ਜਾਂ ਕੋਈ ਅਦਰ ਇੰਜੀਨੀਅਰਿੰਗ ਸਟਰਕਚਰ ਹੈ, ਚਾਹੇ ਜਾਂ ਕੋਈ ਖਾਲੀ ਪਲਾਟ ਵੀ ਹੈ। ਵੈਲਿਊਏਸ਼ਨ ਇਜ਼ ਬੋਥ ਆ ਸਾਇੰਸ ਐਂਡ ਆਰਟ। ਸਾਇੰਸ ਇਸ ਕਰਕੇ ਕਿਉਂਕਿ ਬਹੁਤ ਸਾਰੇ ਮੈਥਮੈਟੀਕਲ ਅਤੇ ਜਿਹੜੇ ਸਾਇੰਟੀਫਿਕ ਜਿਹੜੇ ਸਾਡੇ ਨੇ ਸੋਲਿਊਸ਼ਨਸ ਇਹਦੇ ਵਿੱਚ ਇਨਵੋਲਵ ਹੁੰਦੇ ਨੇ, ਅਤੇ ਆਰਟ ਇਸ ਤਰੀਕੇ ਨਾਲ ਕਿਉਂਕਿ ਹਾਊ ਟੂ ਪ੍ਰੈਜ਼ੈਂਟ ਯੂਅਰ ਪ੍ਰੋਪਰਟੀ ਟੂ ਅ ਕਸਟਮਰ ਉਹਦੇ ਉੱਤੇ ਬਹੁਤ ਕੁਛ ਡਿਪੈਂਡ ਕਰਦਾ ਹੈ। ਸੋ ਵੈਲਿਊਏਸ਼ਨ ਜਿਹੜੀ ਹੈ ਇੱਕ ਸਾਇੰਸ ਵੀ ਹੈ, ਇੱਕ ਆਰਟ ਵੀ ਹੈ। ਵੈਲਿਊਏਸ਼ਨ ਆਫ ਅ ਬਿਲਡਿੰਗ ਇਜ਼ ਡਿਟਰਮਿਨਡ ਔਨ ਵਰਕਿੰਗ ਆਊਟ ਇਟਸ ਕਾਸਟ ਆਫ ਕੰਸਟਰਕਸ਼ਨ ਐਟ ਪ੍ਰੈਜ਼ੈਂਟ ਡੇ ਰੇਟ। ਅੱਜ ਦੀ ਡੇਟ ਦੇ ਵਿੱਚ ਉਹਦਾ ਕਿੰਨਾ ਕੁ ਰੇਟ ਹੈ, ਉਸ ਦੇ ਵਿੱਚੋਂ ਜਿਹੜੀਆਂ ਸੂਟੇਬਲ ਡੈਪਰੀਸ਼ੀਏਸ਼ਨਸ ਹਰ ਸਾਲ ਜਿਹੜੀਆਂ ਕੁਛ ਨਾ ਕੁਛ ਬਿਲਡਿੰਗ ਦੇ ਵਿੱਚ ਡਿਟੀਰੀਏਸ਼ਨਸ ਹੁੰਦੀਆਂ ਨੇ, ਉਹਨਾਂ ਦਾ ਕੁਛ ਪਰਸੈਂਟੇਜ 2 ਤੋਂ 3% ਜਿਹੜੀ ਆ ਅਸੀਂ ਡੈਪਰੀਸ਼ੀਏਸ਼ਨਸ ਉਹ 'ਚੋਂ ਮਾਈਨਸ ਕਰਕੇ ਉਸ ਨੂੰ ਜਿਹੜੀ ਆ ਵੈਲਿਊਏਸ਼ਨ ਕੀਤੀ ਜਾਂਦੀ ਹੈ। ਵੈਲਿਊਏਸ਼ਨ ਜਿਹੜੇ ਕੰਪੋਨੈਂਟਸ ਨੇ ਉਹਦੇ ਵਿੱਚ ਜਿੱਦਾਂ ਦੀ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ, ਮੈਥਮੈਟੀਕਲ, ਸਟੈਟਿਕਲ, ਫਿਜ਼ੀਕਲ, ਲੈਂਡ ਪਲੈਨਿੰਗ, ਅਰਬਨ ਪਲੈਨਿੰਗ, ਰੂਰਲ ਪਲੈਨਿੰਗ, ਇਹ ਸਾਰਾ ਕੁਛ ਜਿਹੜਾ ਇੱਕ ਵੈਲਿਊਅਰ ਨੂੰ ਜਾਂ ਇੱਕ ਜਿਹੜਾ ਜਿਹੜਾ ਕੁਆਂਟਿਟੀ ਸਰਵੇਅਰ ਹੈ ਉਹਨੂੰ ਪਤਾ ਹੋਣਾ ਚਾਹੀਦਾ ਇਹਨਾਂ ਬਾਰੇ, ਤਾਂ ਹੀ ਉਹ ਇਹਨਾਂ ਚੀਜ਼ਾਂ ਨੂੰ ਡਿਸਕਸ ਕਰ ਸਕਦਾ, ਤਾਂ ਹੀ ਇੱਕ ਪ੍ਰੋਪਰਟੀ ਦੀ ਵਧੀਆ ਵੈਲਿਊ ਪਾ ਸਕਦਾ। ਵੈਲਿਊਏਸ਼ਨ ਕੰਪੋਨੈਂਟ ਬਿਲਡਿੰਗ ਕੰਸਟਰਕਸ਼ਨ ਔਰ ਸਾਈਕੋਲੋਜੀਕਲ ਔਰ ਹਿਊਮਨ ਬਿਹੇਵੀਅਰ, ਉਹਦੇ ਹਿਊਮਨ ਬਿਹੇਵੀਅਰ ਔਰ ਸਾਈਕੋਲੋਜੀ ਦੇ ਉੱਤੇ ਵੀ ਬਹੁਤ ਡਿਪੈਂਡ ਕਰਦਾ ਕਿਸੇ ਪ੍ਰੋਪਰਟੀ ਦੀ ਵੈਲਿਊ ਪਾਉਣ ਦੇ ਲਈ। ਕਾਮਨ ਸੈਂਸ ਐਂਡ ਫੀਲਿੰਗਸ। ਸੋ ਵੈਲਿਊਏਸ਼ਨ ਦੀ ਜਿਹੜੀ ਹੈ ਕਿੰਨੇ ਚੀਜ਼ਾਂ ਦੇ ਉੱਤੇ ਡਿਪੈਂਡ ਕਰਦੀ ਹੈ। ਟਾਈਪ ਆਫ ਦਾ ਬਿਲਡਿੰਗ, ਬਿਲਡਿੰਗ ਕਿਸ ਤਰ੍ਹਾਂ ਦੀ ਹੈ, ਉਹ ਰੈਜ਼ੀਡੈਂਸ਼ੀਅਲ ਬਿਲਡਿੰਗ ਆ, ਕਮਰਸ਼ੀਅਲ ਬਿਲਡਿੰਗ ਆ, ਪਬਲਿਕ ਬਿਲਡਿੰਗ ਆ, ਬਿਲਡਿੰਗ ਸਟਰਕਚਰ, ਉਹਦੀ ਡਿਊਰੇਬਿਲਟੀ, ਬਿਲਡਿੰਗ ਜਿਹੜਾ ਕੰਕਰੀਟ ਸਟਰਕਚਰ ਹੈ ਉਹ ਬ੍ਰਿਕ ਸਟਰਕਚਰ ਹੈ ਜਾਂ ਉਹ ਵੁਡਨ ਸਟਰਕਚਰ ਹੈ, ਸਟੀਲ ਸਟਰਕਚਰ ਹੈ, ਉਹਦੀ ਡਿਊਰੇਬਿਲਟੀ ਕਿੰਨੀ ਕੁ ਹੈ, ਸਿਚੁਏਟਡ ਕਿੱਥੇ ਹੈ, ਨੀਅਰ ਬੱਸ ਸਟੈਂਡ, ਨੀਅਰ ਰੇਲਵੇ ਸਟੇਸ਼ਨ, ਕਮਰਸ਼ੀਅਲ ਸਾਈਟਸ ਦੇ ਨੇੜੇ, ਇੰਡਸਟਰੀ ਦੇ ਨੇੜੇ ਕਿੱਥੇ ਹੈ, ਸਾਈਜ਼ ਆਫ ਦਾ ਬਿਲਡਿੰਗ ਕਿੱਦਾਂ ਦਾ, ਸ਼ੇਪ ਆਫ ਦਾ ਬਿਲਡਿੰਗ ਕਿੱਦਾਂ ਦੀ ਹੈ, ਬਿਲਡਿੰਗ ਦਾ ਫਰੰਟ ਕਿੰਨਾ ਕੁ ਹੈ। ਫਰੰਟ ਦਾ ਜਿਹੜਾ ਬਹੁਤ ਵੱਡਾ ਰੋਲ ਹੁੰਦਾ ਕਿਉਂਕਿ ਉਹਦੇ ਨਾਲ ਹੀ ਬਿਲਡਿੰਗ ਦੀ ਜਿਹੜੀ ਹੈਗੀ ਵੈਲਿਊ ਹੈ ਜਿਹੜੀ ਉਹ ਚੇਂਜ ਹੁੰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਜਿਹੜੇ ਕਾਰਨ ਨੇ ਵਿਡਥ ਆਫ ਦਾ ਰੋਡਵੇਜ਼, ਦਾ ਕੁਆਲਿਟੀ ਆਫ ਮਟੀਰੀਅਲ ਯੂਜ਼ਡ, ਜਿਹੜੇ ਮਟੀਰੀਅਲ ਅਸੀਂ ਯੂਜ਼ ਕੀਤੇ ਹੋਏ ਨੇ, ਕਿਸੇ ਇੱਕ ਪ੍ਰੋਪਰਟੀ ਹੈ ਉਹਦੇ ਵਿੱਚ ਇੱਕ ਦੇ ਵਿੱਚ ਮਾਰਬਲ ਯੂਜ਼ ਕੀਤਾ ਹੋਇਆ, ਇੱਕ ਦੇ ਵਿੱਚ ਸਿੰਪਲ ਜਿਹੜਾ ਕੋਟਾ ਸਟੋਨ ਯੂਜ਼ ਕੀਤਾ ਹੋਇਆ, ਸੋ ਜਿਹਦਾ ਮਾਰਬਲ ਯੂਜ਼ ਕੀਤਾ ਉਹਦਾ ਰੇਟ ਵੱਧ ਹੋਣਾ ਹੀ ਹੋਣਾ। ਪ੍ਰੈਜ਼ੈਂਟ ਡੇ ਪ੍ਰਾਈਸਿਸ ਆਫ ਦਾ ਮਟੀਰੀਅਲ, ਅੱਜ ਦੀ ਡੇਟ 'ਚ ਮਟੀਰੀਅਲ ਦੇ ਪ੍ਰਾਈਸ ਕੀ ਨੇ ਜਿਹੜੇ ਉੱਥੇ ਲਾਏ ਹੋਏ। ਪਰਪਸ ਕੀ ਹੈ, ਸਭ ਤੋਂ ਵੱਡਾ ਕਾਰਨ ਹੈ ਕਿ ਨੀਡ ਜਾਂ ਪਰਪਸ, ਵੈਲਿਊਏਸ਼ਨ ਜਾਂ ਵੈਲਿਊ ਆਫ ਦਾ ਪ੍ਰੋਪਰਟੀ ਅਸੀਂ ਇਹਨੂੰ ਕਿਉਂ ਕਰਦੇ ਹਾਂ, ਇਸ ਟੈਕਨੀਕ ਨੂੰ ਕਿਉਂ ਪੜ੍ਹ ਰਹੇ ਹਾਂ। ਬਾਏ ਔਰ ਸੈਲ ਕਰਨ ਲਈ ਪ੍ਰੋਪਰਟੀ, ਜੇ ਤੁਹਾਨੂੰ ਪ੍ਰੋਪਰਟੀ ਨੂੰ ਕਿਸੇ ਨੇ ਖਰੀਦਣਾ ਜਾਂ ਵੇਚਣਾ ਤਾਂ ਸਾਨੂੰ ਉਸ ਦੀ ਕੀਮਤ ਪਤਾ ਹੋਣੀ ਚਾਹੀਦੀ ਹੈ। ਟੈਕਸੇਸ਼ਨ, ਟੂ ਅਸੈਸ ਦਾ ਟੈਕਸ ਆਫ ਦਾ ਪ੍ਰੋਪਰਟੀ, ਮਿਊਨਿਸਪਲ ਟੈਕਸਿਸ ਨੇ, ਵੈਲਥ ਟੈਕਸਿਸ ਨੇ, ਜਿੰਨੇ ਵੀ ਟੈਕਸ ਨੇ ਉਹਨਾਂ ਨੂੰ ਫਿਕਸ ਕਰਨ ਲਈ ਸਾਨੂੰ ਪ੍ਰੋਪਰਟੀ ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ, ਤਾਂ ਹੀ ਜਿਹੜੇ ਅਸੀਂ ਉਹਨਾਂ ਨੂੰ ਅੱਗੇ ਡਿਸਕਸ ਕਰ ਸਕਦੇ ਹਾਂ ਉਹਨਾਂ ਦੀ। ਉਸ ਤੋਂ ਬਾਅਦ ਜਿਹੜੇ ਨੇ ਰੈਂਟ ਫੰਕਸ਼ਨ, ਕੋਈ ਤੁਸੀਂ ਪ੍ਰੋਪਰਟੀ ਬਣਾਈ ਆ, ਕੋਈ ਬਿਲਡਿੰਗ ਬਣਾਈ ਆ, ਉਹਦਾ ਰੈਂਟ ਫਿਕਸ ਕਰਨਾ ਹੈ। ਔਰ ਰੈਂਟ ਜਿਹੜਾ ਮੋਸਟਲੀ ਪ੍ਰੋਪਰਟੀ ਦੀ ਵੈਲਿਊ ਹੈ ਜਿਹੜੀ ਉਹਦਾ 6 ਤੋਂ 10% ਦੇ ਵਿੱਚ ਫਿਕਸ ਕੀਤਾ ਜਾਂਦਾ ਹੈ। ਸੋ ਜੇ ਸਾਨੂੰ ਨੌਲੇਜ ਹੋਊਗੀ ਕਿ ਪ੍ਰੋਪਰਟੀ ਦੀ ਵੈਲਿਊ ਕਿੰਨੀ ਕੁ ਹੈ ਤਾਂ ਹੀ ਉਹਦਾ ਰੈਂਟ ਫਿਕਸ ਕਰ ਪਾਵਾਂਗੇ। ਸਿਕਿਉਰਿਟੀ ਆਫ ਲੋਨਸ ਔਰ ਮੌਰਗੇਜ, ਤੁਸੀਂ ਹਾਊਸਿੰਗ ਲੋਨ ਲੈਣਾ ਜਾਂ ਕੋਈ ਵੈਸੇ ਪਰਸਨਲ ਲੋਨ ਲੈਣਾ ਜਾਂ ਮੌਰਗੇਜ ਕਰਨੀ ਆਪਣੀ ਪ੍ਰੋਪਰਟੀ, ਉੱਥੇ ਤੁਹਾਨੂੰ ਪ੍ਰੋਪਰਟੀ ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਪਰਟੀ ਦੀ ਵੈਲਿਊ ਜੇ ਹੈ ਜਿਹੜਾ ਆਰਕੀਟੈਕਟ ਬੈਂਕ ਦਾ ਪਾਉਂਦਾ ਉਸ ਦਾ 80 ਤੋਂ 90% ਉਹ ਤੁਹਾਨੂੰ ਲੋਨ ਦੇ ਪਾਉਂਦੇ ਨੇ। ਇਸ ਤੋਂ ਇਲਾਵਾ ਜਿਹੜੇ ਹੋਰ ਮੇਨ ਕਾਰਨ ਨੇ, ਕੰਪਲਸਰੀ ਐਕੁਜੀਸ਼ਨ, ਕਈ ਵਾਰ ਕੀ ਹੁੰਦਾ ਕਿ ਗੌਰਮੈਂਟ ਦੀ ਕੋਈ ਪਾਲਿਸੀ ਹੈ ਕਿ ਰੋਡ ਨਿਕਲਣੀ ਹੈ, ਕੋਈ ਹਸਪੀਟਲ ਬਣਨਾ ਹੈ, ਕੋਈ ਰੇਲਵੇ ਲਾਈਨ ਟਰੈਕ ਜਾਣਾ ਹੈਗਾ, ਤਾਂ ਉਸ ਦੇ ਲਈ ਸਾਨੂੰ ਅਕਵਾਇਰ ਕਰਨੀ ਪੈਂਦੀ ਹੈ ਜ਼ਮੀਨ, ਉਹਦੇ ਜੇ ਰੇਟ ਜਿਹੜੇ ਨੇ ਫਿਕਸ ਕੀਤੇ ਹੋਣਗੇ ਆਰਕੀਟੈਕਟ ਵੱਲੋਂ ਜਾਂ ਇੱਕ ਜਿਹੜਾ ਟਾਊਨ ਪਲੈਨਰ ਵੱਲੋਂ, ਫਿਰ ਉਸ ਤਰੀਕੇ ਨਾਲ ਹੀ ਜਿਹੜੀਆਂ ਕੰਪਨਸੇਸ਼ਨਸ ਦਿੱਤੀਆਂ ਜਾ ਸਕਦੀਆਂ ਨੇ। ਇੰਸ਼ੋਰੈਂਸ
ਵਗੈਰਾ ਲਈ ਕੋਈ ਬਿਲਡਿੰਗ ਦੀ ਇੰਸ਼ੋਰੈਂਸ ਕਰਨੀ ਹੈ, ਤੁਸੀਂ ਕੁਝ ਕਰਾਉਣਾ, ਜੇ ਪ੍ਰੋਪਰਟੀ ਦੀ ਵੈਲਿਊ ਪਤਾ ਹੋਊਗੀ ਤਾਂ ਹੀ ਤੁਸੀਂ ਉਸ ਦੀ ਇੰਸ਼ੋਰੈਂਸ ਵਗੈਰਾ ਜਿਹੜੀ ਆ ਉਹ ਕਰ ਸਕਦੇ। ਕਿਹੜੀ ਇਨਫੋਰਮੇਸ਼ਨ ਚਾਹੀਦੀ ਹੈ? ਲੈਂਡ ਯੂਜ਼, ਲੈਂਡ ਏਰੀਆ, ਬਿਲਡਿੰਗ ਸਾਈਜ਼, ਏਜ ਆਫ ਦ ਬਿਲਡਿੰਗ, ਸਟੈਂਡਰਡਸ ਕਿਹੜੇ ਨੇ, ਈਅਰਲੀ ਕਾਸਟ ਐਂਡ ਇਨਕਮਸ, ਕਿੰਨੀ ਉੱਤੇ ਕਾਸਟ ਹੈ ਤੇ ਕਿੰਨਾ ਕੁ ਖਰਚਾ, ਉਹ ਸਾਰਾ ਸਾਨੂੰ ਪਤਾ ਹੋਣਾ ਚਾਹੀਦਾ। ਸਿਮਿਲਰਲੀ ਆ ਕੁਝ ਇਨਫੋਰਮੇਸ਼ਨਸ ਨੇ ਜਿਹੜੀਆਂ ਉਹਦੇ ਲਈ ਸਾਨੂੰ ਜ਼ਰੂਰੀ ਚਾਹੀਦੀਆਂ ਨੇ। ਇਨਫੋਰਮੇਸ਼ਨ, ਜਰਨਲ ਇਨਫੋਰਮੇਸ਼ਨ ਜਿਹੜੀ ਐਵਰੇਜ ਰਿਪਲੇਸਮੈਂਟ ਕਾਸਟ, ਡੈਪਰੀਸ਼ੀਏਸ਼ਨ, ਐਵਰੇਜ ਵੈਲਿਊ ਆਫ ਦ ਲੈਂਡ, ਇਨਫੋਰਮੇਸ਼ਨ ਅਬਾਊਟ ਦ ਰੀਅਲ ਪ੍ਰੋਪਰਟੀ, ਜੇ ਰੀਅਲ ਪ੍ਰੋਪਰਟੀ ਹੈ ਤਾਂ ਉਹਦੇ ਲਈ ਸਾਨੂੰ ਇਨਫੋਰਮੇਸ਼ਨਸ ਚਾਹੀਦੀਆਂ ਨੇ। ਹੁਣ ਨੈਕਸਟ ਜਿਹੜਾ ਹੈਗਾ ਟਾਈਪਸ ਆਫ ਵੈਲਿਊ। ਵੈਲਿਊ ਤਾਂ ਸਾਨੂੰ ਪਤਾ ਲੱਗ ਗਿਆ ਕੀ ਆ, ਵੈਲਿਊਏਸ਼ਨ ਪਤਾ ਲੱਗ ਗਿਆ। ਟਾਈਪਸ ਆਫ ਵੈਲਿਊ ਕਿਹੜੀਆਂ ਨੇ? ਮਾਰਕੀਟ ਵੈਲਿਊ, ਸਕ੍ਰੈਪ ਵੈਲਿਊ, ਸਾਲਵੇਜ ਵੈਲਿਊ, ਲਿਕੁਇਡੇਸ਼ਨ ਵੈਲਿਊ, ਇੰਸ਼ੋਰੇਬਲ ਵੈਲਿਊ ਤੇ ਬੁੱਕ ਵੈਲਿਊ। ਇੱਕ ਨੂੰ ਡਿਸਕਸ ਕਰਾਂਗੇ। ਮਾਰਕੀਟ ਵੈਲਿਊ, ਦ ਮਾਰਕੀਟ ਵੈਲਿਊ ਆਫ ਅ ਪ੍ਰੋਪਰਟੀ ਇਜ਼ ਦ ਅਮਾਊਂਟ ਵਿਚ ਕੈਨ ਬੀ obtained ਐਟ ਐਨੀ ਟਾਈਮ। ਅੱਜ ਦੀ ਤਰੀਕ ਦੇ ਵਿੱਚ ਮਾਰਕੀਟ ਦੇ ਵਿੱਚ ਉਸ ਦਾ ਕੀ ਮੁੱਲ ਹੈ ਜੇ ਤੁਸੀਂ ਉਹਨੂੰ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਦੈਟ ਇਜ਼ ਦਾ ਮਾਰਕੀਟ ਵੈਲਿਊ। ਮਾਰਕੀਟ ਵੈਲਿਊ ਆਲਸੋ ਚੇਂਜਸ ਫਰੋਮ ਟਾਈਮ ਟੂ ਟਾਈਮ, ਕਦੇ ਘਟਦੀ ਹੈ ਕਦੇ ਵੱਧਦੀ ਹੈ। ਇਹ ਡਿਪੈਂਡ ਕਰਦਾ ਡਿਮਾਂਡ ਦੇ ਉੱਤੇ ਤੇ ਸਪਲਾਈ ਦੇ ਉੱਪਰ। ਸਕ੍ਰੈਪ ਵੈਲਿਊ ਮੇ ਬੀ ਡਿਫਾਈਨਡ ਐਜ਼ ਦਾ ਵੈਲਿਊ ਆਫ ਮਟੀਰੀਅਲ। ਜਦੋਂ ਅਸੀਂ ਯੂਟਿਲਿਟੀ ਪੀਰੀਅਡ ਖਤਮ ਹੋ ਗਿਆ ਕਿਸੇ ਪ੍ਰੋਪਰਟੀ ਦਾ, 40 ਸਾਲ ਬਾਅਦ, 50 ਸਾਲ ਬਾਅਦ, ਉਹਨੂੰ ਡਿਸਮੈਂਟਲ ਕਰਦਾ, ਜਿਹੜਾ ਸਕ੍ਰੈਪ ਆ, ਚਾਹੇ ਸਟੀਲ ਆ, ਟਿੰਬਰ ਆ, ਬ੍ਰਿਕ ਆ, ਉਹਦਾ ਕਿੰਨਾ ਕੁ ਰੇਟ ਹੋਊਗਾ? ਦੈਟ ਇਜ਼ ਅਪਰੋਕਸੀਮੇਟਲੀ 10% ਆਫ ਦਾ ਟੋਟਲ ਕਾਸਟ ਆਫ ਕੰਸਟਰਕਸ਼ਨ। ਸੋ ਸਕ੍ਰੈਪ ਵੈਲਿਊ ਹੁੰਦੀ ਹੈ। ਇਸ ਤੋਂ ਬਾਅਦ ਜਿਹੜੀ ਹੈਗੀ ਆ ਸਾਡੇ ਕੋਲ ਸਾਲਵੇਜ ਵੈਲਿਊ। ਸਾਲਵੇਜ ਵੈਲਿਊ ਕੀ ਹੈ? ਕਈ ਵਾਰ ਕੀ ਹੈ ਕਿ ਯੂਟਿਲਿਟੀ ਪੀਰੀਅਡ ਤੋਂ ਬਾਅਦ ਅਸੀਂ ਉਹਨੂੰ ਡਿਸਮੈਂਟਲ ਨਹੀਂ ਕਰਦੇ ਪਰ ਕਿਸੇ ਹੋਰ ਪਰਪਸ ਲਈ ਯੂਜ਼ ਕਰ ਲੈਂਦੇ ਹਾਂ ਪ੍ਰੋਪਰਟੀ ਨੂੰ, ਉਹ ਜਿਹੜੀ ਵੈਲਿਊ ਆ ਉਸ ਵੈਲਿਊ ਨੂੰ ਕਿਹਾ ਜਾਂਦਾ ਸਾਲਵੇਜ ਵੈਲਿਊ। Salvage value of a property may be positive, zero or negative. For example, salvage value of RCC structure is negative ਕਿਉਂਕਿ ਡਿਸਮੈਂਟਲ ਕਰਨ ਤੋਂ ਬਾਅਦ ਉਹਨੂੰ ਚੁੱਕਣ ਦੇ ਲਈ ਸਾਨੂੰ ਕੁਛ ਨਾ ਕੁਛ ਪੈਸਾ ਦੇਣਾ ਪੈਂਦਾ। ਸਕ੍ਰੈਪ ਵੈਲਿਊ ਆਫ ਅ ਪ੍ਰੋਪਰਟੀ ਪੋਜ਼ਿਟਿਵ ਵੀ ਹੋ ਸਕਦੀ ਹੈ ਜਦੋਂ ਉਹਦੇ 'ਚੋਂ ਅਸੀਂ ਸਟੀਲ ਵਗੈਰਾ ਜਾਂ ਕੋਈ ਵੁੱਡ ਵਗੈਰਾ ਨੂੰ ਵੇਚੀਏ। ਇਸ ਤੋਂ ਬਾਅਦ ਇੰਸ਼ੋਰੇਬਲ ਵੈਲਿਊ, ਜਦੋਂ ਕਿਸੇ ਬਿਲਡਿੰਗ ਨੂੰ ਅਸੀਂ ਰੀਬਿਲਟ ਕਰਦੇ ਹਾਂ ਜਾਂ ਕੁਛ ਕਰਦੇ ਹਾਂ ਕਿਸੇ ਕਾਰਨ ਕਰਕੇ ਇੰਸ਼ੋਰੈਂਸ ਉਹਦੀ ਕੀਤੀ ਹੋਈ ਸੀ ਪਰ ਨੈਚੁਰਲ ਡਿਜ਼ਾਸਟਰਸ ਆ ਗਿਆ, ਅਰਥਕੁਏਕ ਆ ਗਿਆ ਜਾਂ ਕਿਸੇ ਫਾਇਰ ਵਗੈਰਾ ਦੇ ਕਾਰਨ ਡੈਮੇਜ ਹੋ ਗਈ, ਉਹਨੂੰ ਜਦੋਂ ਰੀਬਿਲਟ ਕਰਨਾ ਕਿੰਨਾ ਕੁ ਖਰਚਾ ਆਊਗਾ? ਦੈਟ ਇਜ਼ ਇੰਸ਼ੋਰੇਬਲ ਵੈਲਿਊ। ਇੰਸ਼ੋਰੇਬਲ ਵੈਲਿਊ ਆਲਵੇਜ਼ ਲੈਸ ਦੈਨ ਐਕਚੁਅਲ ਜਾਂ ਮਾਰਕੀਟ ਵੈਲਿਊ ਕਿਉਂਕਿ ਇਹਦੇ ਵਿੱਚ ਲੈਂਡ ਦੀ ਵੈਲਿਊ ਹੈ ਜਿਹੜੀ ਇਨਕਲੂਡਡ ਨਹੀਂ ਹੁੰਦੀ। ਲਿਕੁਇਡੇਸ਼ਨ ਵੈਲਿਊ ਹੁੰਦੀ ਹੈਗੀ ਕਿ ਕਿਸੇ ਵੀ ਕੰਪਨੀ ਦੀ ਜਾਂ ਕਿਸੇ ਵੀ ਬਿਲਡਿੰਗ ਦਾ ਫਿਜ਼ੀਕਲ ਐਸੈਟਸ ਉਹਦੇ ਵਿੱਚ ਕਿੰਨਾ ਕੁ ਜਿਹੜੀ ਹੈਗੀ ਆ ਫਰਨੀਚਰ ਆ, ਕਿੰਨਾ ਕੁ ਉਹਦੀ ਰੀਅਲ ਸਟੇਟ ਦਾ, ਕਿੰਨੇ ਕੁ ਉਹਦੇ ਫਿਕਸਚਰਸ ਨੇ, ਇਕੁਇਪਮੈਂਟ ਆ, ਉਹ ਸਾਰਾ ਇਨਵੈਂਟਰੀ ਕਿੰਨੀ ਕੁ ਹੈ, ਉਹ ਸਾਰਿਆਂ ਦੀ ਜਿਹੜੀ ਕੰਪਲੀਟ ਵੈਲਿਊ ਦੈਟ ਇਜ਼ ਕਾਲਡ ਆ ਲਿਕੁਇਡੇਸ਼ਨ ਵੈਲਿਊ। ਬੁੱਕ ਵੈਲਿਊ ਜਿਹੜੀ ਹੈਗੀ ਮਾਰਕੀਟ ਵੈਲਿਊ ਤੋਂ ਅਲੱਗ ਹੁੰਦੀ ਹੈ। ਬੁੱਕ ਵੈਲਿਊ ਆਲਵੇਜ਼ ਜਿੰਨਾ ਸਾਡੀ ਡੈਪਰੀਸ਼ੀਏਸ਼ਨਸ ਨੇ ਉਹਨਾਂ ਨੂੰ ਮਾਈਨਸ ਕਰਨ ਤੋਂ ਬਾਅਦ ਜਿਹੜੀ ਹੈਗੀ ਦਰਜ ਕੀਤੀ ਜਾਂਦੀ ਹੈ ਏ ਜਾਂ ਜੇਈ ਵੱਲੋਂ, ਦੈਟ ਇਜ਼ ਕਾਲਡ ਆ ਬੁੱਕ ਵੈਲਿਊ। ਸਿੰਕਿੰਗ ਫੰਡ ਇੱਕ ਉਹ ਫੰਡ ਹੁੰਦਾ ਜਿਹੜਾ ਹਰ ਸਾਲ ਅਸੀਂ ਇੱਕ ਸੈਪਰੇਟ ਰੱਖ ਲੈਂਦੇ ਹਾਂ ਕਿਉਂਕਿ ਯੂਟਿਲਿਟੀ ਪੀਰੀਅਡ ਖਤਮ ਹੋਣ ਤੋਂ ਬਾਅਦ ਜਾਂ ਕਿਸੇ ਇੱਕ ਪਰਟੀਕੂਲਰ ਟਾਈਮ ਤੋਂ ਬਾਅਦ ਪੀਰੀਅਡ ਤੋਂ ਬਾਅਦ ਬਿਲਡਿੰਗ ਨੂੰ ਰੈਨੋਵੇਟ ਕਰਨਾ ਪੈਂਦਾ, ਉਹਨੂੰ ਪੇਂਟ ਕਰਵਾਉਣਾ ਪੈਂਦਾ, ਉਸ ਲਈ ਜਿਹੜਾ ਇੱਕ ਫੰਡ ਕ੍ਰੀਏਟ ਕੀਤਾ ਜਾਂਦਾ, ਦੈਟ ਫੰਡ ਇਜ਼ ਕਾਲਡ ਅ ਸਿੰਕਿੰਗ ਫੰਡ। Depreciation is the gradual decrease in property with time due to structural deterioration, wear or tear, decay and obsolescence. The value is reduced due to gradually reduced due to its use, life, wear and tear. ਟੁੱਟ ਭੱਜ ਜਿਹੜੀ ਬਿਲਡਿੰਗਾਂ 'ਚ ਹੁੰਦੀ ਰਹਿੰਦੀ ਹੈ ਉਹਦੇ ਕਾਰਨ ਪੇਂਟ ਖਰਾਬ ਹੋ ਗਿਆ, ਦੂਜਾ ਹੋ ਗਿਆ, ਹਰ ਸਾਲ ਕੁਛ ਨਾ ਕੁਛ ਡੈਪਰੀਸ਼ੀਏਸ਼ਨਸ ਹੁੰਦੀਆਂ ਰਹਿੰਦੀਆਂ ਨੇ, ਉਹਨੂੰ ਅਸੀਂ ਡੈਪਰੀਸ਼ੀਏਸ਼ਨ ਕਹਿੰਦੇ ਹਾਂ। ਇਹ ਕੁਛ ਜਿਹੜੀਆਂ ਡੈਫੀਨੇਸ਼ਨਸ ਨੇ ਟਾਈਪਸ ਆਫ ਵੈਲਿਊ, ਡੈਪਰੀਸ਼ੀਏਸ਼ਨ ਕੀ ਹੈ, ਸਿੰਕਿੰਗ ਫੰਡ ਕੀ ਹੈ, ਇਹ ਜਿਹੜਾ ਤੁਹਾਡਾ ਮੋਸਟਲੀ ਕੁਐਸਚਨਸ ਨੇ ਜਿਹੜੇ ਪੁੱਛੇ ਜਾਂਦੇ ਨੇ। ਮਾਈ ਡੀਅਰ ਫਰੈਂਡਸ, ਜੇ ਕਦੇ ਫਿਰ ਵੀ ਤੁਹਾਨੂੰ ਕੋਈ ਵੀ ਡਾਊਟ ਹੋਵੇ ਤੁਸੀਂ guru02@gmail.com 'ਤੇ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਥੈਂਕਸ ਅ ਲੋਟ। ਅੱਜ ਦੇ ਲਈ ਇੰਨਾ ਹੀ ਬਹੁਤ ਆ। ਨੈਕਸਟ ਚੈਪਟਰ ਦੇ ਵਿੱਚ ਅਸੀਂ ਵੈਲਿਊਏਸ਼ਨ ਦੀਆਂ ਬਾਕੀ ਜਿਹੜੀਆਂ ਟੈਕਨੀਕਸ ਨੇ ਕਿਵੇਂ ਫਾਈਂਡ ਆਊਟ ਕਰਨਾ ਉਹਨੂੰ ਡਿਸਕਸ ਕਰਾਂਗੇ। ਥੈਂਕਸ ਅ ਲੋਟ।